देखो ਜਦੋਂ ਦਾ ਇਹ ਬਲਾਸਟ ਹੋਇਆ ਉਸ ਤੋਂ ਪਹਿਲਾਂ ਵੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਅਸੀਂ ਦੱਸ ਚੁੱਕੇ ਸੀ ਕਿ ਇੱਥੇ ਕੋਈ ਵੀ ਸੁਰੱਖਿਆ ਦੇ ਪ੍ਰਬੰਧ ਨਹੀਂ ਹਨ। ਜਦੋਂ 10 ਦਿਨ ਦੇ ਸੀ 2 ਦਿਨ ਹੋ ਜਾਂਦਾ ਸੀਗਾ, ਉਸ ਤੋਂ ਬਾਅਦ ਆਹ ਹਾਲ ਹੋ ਗਿਆ। कैमरामैन साहब ਨੂੰ मैं कहूँगा ਪਿੱਛੇ ਇੱਕ ਵਾਰੀ ਇੱਧਰ ਨੂੰ ਕੈਮਰਾ ਘੁਮਾ ਕੇ ਦਿਖਾਣ। ਉੱਥੇ 2 ਲੇਡੀ ਕਾਂਸਟੇਬਲ ਬੈਠੇ ਨੇ, ਦੋਨੋਂ ਵਹੀਕਲਸ ਦੇ ਉੱਤੇ ਬੈਠੇ ਨੇ। ਚੈਕਿੰਗ ਬਿਲਕੁਲ ਲੇਡੀਜ਼ ਦੀ ਹੁਣ ਵੀ ਨਹੀਂ ਹੋ ਰਹੀ। ਤੁਸੀਂ ਈਵਨ ਖੁਦ ਵੀ ਆਏ ਹੋ, ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੀ ਚੈਕਿੰਗ ਹੋਈ ਕਿ ਨਹੀਂ ਹੋਈ, ਤੁਹਾਨੂੰ ਪਤਾ ਬਿਲਕੁਲ ਵੀ ਨਹੀਂ ਹੋਈ। ਜਦੋਂ ਮੈਂ ਐਂਟਰ ਕੀਤਾ ਤਾਂ ਮੈਨੂੰ ਚੈੱਕ ਨਹੀਂ ਕੀਤਾ, ਬਟ ਜੋ ਮੇਰੇ ਨਾਲ ਸੀਗੇ ਮੇਰੇ ਸਹਿਯੋਗੀ ਉਹਨਾਂ ਨੂੰ ਚੈੱਕ ਕੀਤਾ। ਮੈਨੂੰ ਐਜ਼ ਇਟ ਇਜ਼ ਅੰਦਰ ਜਾਣਾ। ਅੰਦਰ ਬਲਾਸਟ ਤੋਂ ਬਚ ਜਾਣਗੇ ਇਹਨਾਂ ਦੇ ਅਕੋਰਡਿੰਗ। ਆ ਤੁਹਾਡੇ ਸਾਹਮਣੇ ਕਾਰ ਖੜੀਆਂ ਨੇ, ਕਿਸੇ ਵੀ ਕਾਰ ਨੂੰ ਇਹਨਾਂ ਨੇ ਪ੍ਰੋਪਰ ਚੈੱਕ ਕਰਕੇ ਅੰਦਰ ਨਹੀਂ ਆਉਣ ਦਿੱਤਾ। ਜਿਹੜੇ ਪੁਲਿਸ ਕਾਂਸਟੇਬਲਸ ਖੜੇ ਨੇ ਉਹ ਨਹੀਂ ਪ੍ਰੋਪਰ ਚੈੱਕ ਕਰ ਰਹੇ, ਨਾ ਹੀ ਉਹ ਚੈੱਕ ਕਰ ਪਾ ਰਹੇ ਨੇ। ਹੁਣ ਤੁਸੀਂ ਦੇਖਣਾ ਰਸ਼ ਇੰਨਾ ਹੈਗਾ ਵਾ, ਕੋਈ ਉੱਥੇ ਲੇਡੀਜ਼ ਨੂੰ ਚੈੱਕ ਨਹੀਂ ਕੀਤਾ ਜਾਣਾ, ਨਾ ਹੀ ਕੋਈ ਗੱਡੀ ਚੈੱਕ ਕਰਕੇ ਅੰਦਰ ਵੜੀ ਗਈ ਹੈ। ਨੀਂਦ ਉਠਾ ਕੇ ਇੱਥੇ ਲੋਕਾਂ ਦੀ ਜਿਹੜੀ ਸੁਰੱਖਿਆ ਨੂੰ ਪ੍ਰੋਪਰ ਕਰ ਲਓ ਤਾਂ ਜੋ ਆਮ ਲੋਕ, ਵਕੀਲ ਤੇ ਜੱਜ ਆਪਣੇ ਘਰ ਜਾ ਸਕਣ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆਰਸੂ। ਦੇਰ ਆਏ ਦਰੁਸਤ ਆਏ, ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਲੁਧਿਆਣਾ ਦੀ ਕੋਰਟ ਕੰਪਲੈਕਸ ਨੇ, ਜਿੱਥੇ ਬੀਤੀ 23 ਦਸੰਬਰ ਨੂੰ ਲੁਧਿਆਣਾ ਦੀ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ਦੇ ਵਿੱਚ ਬਲਾਸਟ ਹੁੰਦਾ ਹੈ, ਜਿਸ ਬਲਾਸਟ ਤੋਂ ਬਾਅਦ ਪੂਰਾ ਲੁਧਿਆਣਾ ਸ਼ਹਿਰ ਹੈ ਜਿਹੜਾ ਦਹਿਲ ਜਾਂਦਾ ਹੈ। ਜੇਕਰ ਗੱਲ ਕਰੀਏ ਬਲਾਸਟ ਤੋਂ ਪਹਿਲਾਂ ਦੀ, ਤਾਂ ਇੱਥੇ ਸਿਕਿਉਰਿਟੀ ਦੇ ਅਜਿਹੇ ਸਿਸਟਮ ਨਹੀਂ ਸੀ, ਪੁਖਤਾ ਇੰਤਜ਼ਾਮ ਨਹੀਂ ਸੀ, ਜਿਹੜੀ ਅਜਿਹੀ ਮੰਦਭਾਗੀ ਘਟਨਾ ਹੋਈ ਹੈ। ਪਰ ਹੁਣ ਕਿਤੇ ਨਾ ਕਿਤੇ ਸਿਕਿਉਰਿਟੀ ਦੇ ਜਿਹੜੇ ਸਿਸਟਮ ਨੇ, ਸਿਕਿਉਰਿਟੀ ਹੈ ਜਿਹੜੀ ਹੁਣ ਉਹ ਸਖਤ ਹੋ ਗਈ ਹੈ। ਜੋ ਵੀ ਕੋਰਟ ਕੰਪਲੈਕਸ ਦੇ ਵਿੱਚ ਆ ਰਿਹਾ ਉਸ ਦੀ ਬਾਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ, ਪਰ ਹਲੇ ਵੀ ਕਿਤੇ ਨਾ ਕਿਤੇ ਚੈਕਿੰਗ ਦੇ ਵਿੱਚ ਹੈ ਜਿਹੜੀ ਚੂਕ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਗੌਰਵ ਅਰੋੜਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ ਬਲਾਸਟ ਤੋਂ ਪਹਿਲਾਂ ਦਾ ਜੋ ਮਾਹੌਲ ਸੀਗਾ ਕੋਰਟ ਕੰਪਲੈਕਸ ਦਾ, ਤੇ ਹੁਣ ਜੋ ਬਲਾਸਟ ਤੋਂ ਬਾਅਦ ਹੈ, ਕਿਵੇਂ ਅੱਜ ਦੇਖਣ ਨੂੰ ਮਿਲ ਰਿਹਾ ਮਾਹੌਲ ਤੁਹਾਨੂੰ? ਦੇਖੋ ਤੁਹਾਡੀ ਸਭ ਤੋਂ ਪਹਿਲਾਂ ਵਾਲੀ ਲਾਈਨ ਤਾਂ ਇੱਕ ਕਲੀਅਰ ਹੋ ਗਈ ਕਿ ਦੇਰ ਆਏ ਦਰੁਸਤ ਆਏ। ਚਲੋ ਕਿਤੇ ਨਾ ਕਿਸੇ ਦਿਮਾਗ ਦੇ ਵਿੱਚ ਇਹਨਾਂ ਦੇ ਵਿੱਚ ਅਕਲ ਤਾਂ ਆਈ ਕਿ ਕਿਸੇ ਆਮ ਇਨਸਾਨ ਦੀ, ਜੱਜਿਸ ਦੀ ਤੇ ਐਡਵੋਕੇਟ ਦੀ ਸਿਕਿਉਰਿਟੀ ਵੀ ਕਿਤੇ ਕਿਤੇ ਮਾਇਨੇ ਰੱਖਦੀ ਆ, ਤਾਂ ਸਿਕਿਉਰਿਟੀ ਇਹਨਾਂ ਨੇ ਸ਼ੁਰੂ ਕਰਤੀ। ਪਰ ਸਭ ਤੋਂ ਮੇਜਰ ਗੱਲ ਇੱਥੇ ਦੇਖਣ ਵਾਲੀ ਹੈ, ਅੰਦਰ ਬਲਾਸਟ ਤੋਂ ਬਚ ਜਾਣਗੇ ਇਹਨਾਂ ਦੇ ਅਕੋਰਡਿੰਗ। ਆ ਤੁਹਾਡੇ ਸਾਹਮਣੇ ਕਾਰ ਖੜੀਆਂ ਨੇ, ਕਿਸੇ ਵੀ ਕਾਰ ਨੂੰ ਇਹਨਾਂ ਨੇ ਪ੍ਰੋਪਰ ਚੈੱਕ ਕਰਕੇ ਅੰਦਰ ਨਹੀਂ ਆਉਣ ਦਿੱਤਾ। ਦੇਖੋ ਆਮ ਇਨਸਾਨ ਦੀ ਵੀ ਸਿਕਿਉਰਿਟੀ ਮਾਇਨੇ ਰੱਖਦੀ ਹੈ, ਸਿਰਫ ਇੱਕ ਐਡਵੋਕੇਟਸ ਨਹੀਂ ਹੈ। ਆਮ ਐਡਵੋਕੇਟਸ ਤਾਂ ਅੰਦਰ ਨੇ, ਅਗਰ ਆਮ ਇਨਸਾਨ ਕੋਈ ਇੱਥੇ ਖੜਾ ਵਾ, ਇਹਦਾ ਮਤਲਬ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਸੋ ਉਹਨਾਂ ਦੇ ਲਈ ਵੀ ਜਿਹੜੀ ਇੱਥੇ ਚੈਕਿੰਗ ਆ ਉਹ ਵੀ ਬਣਦੀ ਹੈ। ਦੂਸਰੀ ਗੱਲ, ਇੱਥੇ ਤੁਸੀਂ ਕਹਿ ਰਹੇ ਹੋ ਅੰਦਰ ਜਾ ਕੇ ਤੁਸੀਂ ਦੇਖ ਲਓ, ਤੁਸੀਂ ਈਵਨ ਖੁਦ ਵੀ ਆਏ ਹੋ, ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਡੀ ਚੈਕਿੰਗ ਹੋਈ ਕਿ ਨਹੀਂ ਹੋਈ, ਤੁਹਾਨੂੰ ਪਤਾ ਬਿਲਕੁਲ ਵੀ ਨਹੀਂ ਹੋਈ। ਜਦੋਂ ਮੈਂ ਐਂਟਰ ਕੀਤਾ ਤਾਂ ਮੈਨੂੰ ਚੈੱਕ ਨਹੀਂ ਕੀਤਾ, ਬਟ ਜੋ ਮੇਰੇ ਨਾਲ ਸੀਗੇ ਮੇਰੇ ਸਹਿਯੋਗੀ ਉਹਨਾਂ ਨੂੰ ਚੈੱਕ ਕੀਤਾ। ਮੈਨੂੰ ਐਜ਼ ਇਟ ਇਜ਼ ਅੰਦਰ ਜਾਣ ਦਿੱਤਾ। ਇਹਦਾ ਮਤਲਬ ਤਾਂ ਇਹ ਹੈ ਨਾ ਕਿ ਸਿਰਫ ਮੇਲ ਜਿਹੜੇ ਨੇ ਉਹਨਾਂ ਨੂੰ ਜਾਣ ਦੇ ਰਿਹਾ, ਫੀਮੇਲ ਨਹੀਂ ਜਾਣ ਦੇ ਰਿਹਾ। ਜੇ ਹੁਣ ਫੀਮੇਲ ਹੀ ਆ ਕੇ ਕੋਈ ਬਲਾਸਟ ਕਰ ਦੇਵੇ, ਇੱਥੇ ਚਲਾ ਜਾਵੇ, ਤੇ ਇੱਥੇ ਨਹੀਂ ਕੋਈ ਵੀ ਇੰਤਜ਼ਾਮ ਹੈਗਾ। ਦੇਖੋ ਸਾਡੇ ਜਿਹੜੇ ਰਾਜੀਵ ਗਾਂਧੀ ਨੇ, ਉਹਨਾਂ ਦੀ ਜਦੋਂ ਡੈਥ ਹੋਈ ਸੀ, ਜਦੋਂ ਉਹਨਾਂ ਦਾ ਮਰਡਰ ਕੀਤਾ ਗਿਆ ਸੀ, ਇੱਕ ਲੇਡੀਜ਼ ਨੇ ਕੀਤਾ ਸੀ। ਇਹ ਜਿਹੜੀ ਆ ਡਿਸਕ੍ਰਿਮੀਨੇਸ਼ਨ ਕਿ ਉਹ ਨਹੀਂ ਕਰ ਸਕਦੇ ਤਾਂ ਕਿਤੇ ਵੀ ਹੈ ਨਹੀਂ। ਦੂਜੀ ਗੱਲ ਇੱਥੇ ਤੁਸੀਂ ਹੋਰ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਨੇ ਗੇਟ ਨੇ ਉਹਨਾਂ ਨੇ ਬੰਦ ਕਰ ਦਿੱਤੇ। ਬੰਦ ਕਰਨ ਦਾ ਮਤਲਬ ਇਹ ਹੈ ਕਿ ਉਹ ਕਹਿੰਦੇ ਵੀ ਆਓ ਵੀ ਇਸ ਸਾਈਡ ਨੂੰ। ਕੱਲ ਨੂੰ ਅਗਰ ਫਾਇਰ ਜਾਂ ਅੱਗ ਲੱਗਦੀ ਹੈ, ਅਗਰ ਬਲਾਸਟ ਦੇ ਨਾਲ ਕੋਈ ਹੋਰ ਪ੍ਰੋਬਲਮ ਆਏਗੀ, ਕੱਲ ਇੱਕ 6th ਫਲੋਰ ਤੇ ਲੱਗੀ ਸੀ, ਨਿਕਲਣ ਦਾ ਰਸਤਾ ਕੀ ਹੈ? ਤੁਸੀਂ ਵਾਲ ਕਰੋ, ਜੈਨੂਅਨ ਰੀਜ਼ਨ ਹੈ, ਵਾਲ ਕਰਨ ਤੋਂ ਬਾਅਦ ਤੁਸੀਂ ਗੇਟ ਓਪਨ ਕਰ ਦਿਓ। ਐਟਲੀਸਟ ਵਾਲ ਤੋਂ ਹੁੰਦੇ ਹੋਏ ਨਿਕਲਣ ਦਾ ਰਸਤਾ ਇਹ ਹੋਵੇ, ਪਰ ਗੇਟ ਤਾਂ ਓਪਨ ਸਾਰੇ ਹੋਣ ਨਾ। ਕੱਲ ਨੂੰ ਅਗਰ ਅੱਗ ਲੱਗਦੀ ਹੈ ਤਾਂ ਆਮ ਲੋਕ ਕਿੱਥੇ ਨਿਕਲਣਗੇ? ਇਹ ਸੁਰੱਖਿਆ ਕਿਹੜੀ ਹੋਈ? ਖਾਲੀ ਐਂਟਰੈਂਸ ਦੇ ਉੱਤੇ ਬੰਦੇ ਖੜਾ ਦੇਣੇ ਤੇ ਬਾਕੀ ਚੀਜ਼ ਨੂੰ ਆਮ ਲੋਕਾਂ ਨੂੰ ਛੱਡ ਦੇਣਾ। ਆਮ ਲੋਕਾਂ ਦੀ ਮਤਲਬ ਕੋਈ ਪਰਵਾਹ ਨਹੀਂ ਕਰਨੀ। ਇਹ ਤਾਂ ਮੈਨੂੰ ਲੱਗਦਾ ਇਹ ਹੈ ਕਿ ਸਿਰਫ ਅੱਖਾਂ ਦੇ ਵਿੱਚ ਇੱਕ ਪੁਆਇੰਟ ਦੇਣਾ। ਕਿੰਨਾ ਕੁ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹੋ? ਅੱਜ 10 ਦਿਨਾਂ ਬਾਅਦ, ਬਲਾਸਟ ਤੋਂ 10 ਦਿਨਾਂ ਬਾਅਦ ਕੋਰਟ ਕੰਪਲੈਕਸ ਹੈ ਜਿਹੜੀ ਓਪਨ ਹੋਈ ਹੈ, ਤੁਸੀਂ ਇੱਥੇ ਆਏ ਹੋ, ਖੁਦ ਨੂੰ ਕਿੰਨਾ ਕੁ ਸੇਫ ਮਹਿਸੂਸ ਕਰ ਰਹੇ ਹੋ? ਦੇਖੋ ਜਦੋਂ ਦਾ ਇਹ ਬਲਾਸਟ ਹੋਇਆ ਉਸ ਤੋਂ ਪਹਿਲਾਂ ਵੀ ਬਹੁਤ ਵਾਰੀ ਪ੍ਰਸ਼ਾਸਨ ਨੂੰ ਅਸੀਂ ਦੱਸ ਚੁੱਕੇ ਸੀ ਕਿ ਇੱਥੇ ਕੋਈ ਵੀ ਸੁਰੱਖਿਆ ਦੇ ਪ੍ਰਬੰਧ ਨਹੀਂ ਹਨ। ਜਦੋਂ 10 ਦਿਨ ਦੇ ਸੀ 2 ਦਿਨ ਹੋ ਜਾਂਦਾ ਸੀਗਾ, ਉਸ ਤੋਂ ਬਾਅਦ ਆਹ ਹਾਲ ਹੋ ਗਿਆ। ਮੈਂ ਆਪਣੇ ਆਪ ਨੂੰ ਇੱਥੇ ਸੁਰੱਖਿਅਤ ਕਿੱਦਾਂ ਫੀਲ ਕਰ ਸਕਦਾ ਕਿ ਅਗਰ ਮੈਂ ਬਾਹਰ ਜਾਣਾ, 2 ਬਿਲਡਿੰਗਸ ਨੇ, ਤੁਸੀਂ ਇੱਥੇ ਖੜੇ ਹੋ, ਇਸ ਬਿਲਡਿੰਗ ਤੋਂ ਦੂਸਰੀ ਬਿਲਡਿੰਗ ਜਾਣ ਵਾਸਤੇ ਮੈਨੂੰ ਆਹ ਰਸਤਾ ਲੈਣਾ ਪੈਂਦਾ। ਅਗਰ ਮੈਂ ਇਸ ਰਸਤੇ ਦੇ ਵਿੱਚ ਕਿਸੇ ਕਾਰ ਦੇ ਵਿੱਚ ਬਲਾਸਟ ਹੁੰਦਾ, ਕਾਰ ਦੀ ਤਾਂ ਕੋਈ ਚੈਕਿੰਗ ਨਹੀਂ ਹੋਈ, ਕੋਈ ਵੀ ਕਾਰ ਇੱਥੇ ਆ ਕੇ ਲਿਆ ਸਕਦਾ, ਕੋਈ ਪੁਆਇੰਟ ਦੇ ਉੱਤੇ ਨਹੀਂ। ਕੀ ਮੈਂ ਆਪਣੇ ਆਪ ਨੂੰ ਇੱਥੋਂ ਸੇਵ ਕਰ ਸਕਦਾ ਹਾਂ? ਜਾਂ ਤਾਂ ਪੂਰੀ ਤਰ੍ਹਾਂ ਜਾਂਚ ਇੱਥੇ ਕਰੋ, ਆਮ ਇਨਸਾਨ ਦੀ ਵੀ ਜ਼ਿੰਦਗੀ ਦੀ ਪਰਵਾਹ ਕਰੋ,
ਵਕੀਲ ਜੱਜ ਔਰ ਆਮ ਇਨਸਾਨ ਤਿੰਨਾਂ ਮਿਲ ਕੇ, ਅਗਰ ਆਮ ਇਨਸਾਨ ਇੱਥੇ ਨਹੀਂ ਆਏਗਾ, ਨਾ ਜੱਜਿਸ ਦੀ ਨਾ ਵਕੀਲ ਦੀ ਕੋਈ ਵੀ ਜ਼ਰੂਰਤ ਨਹੀਂ ਪਏਗੀ। ਸੋ ਆਮ ਇਨਸਾਨ ਦੀ ਵੀ ਜ਼ਰੂਰਤ ਲਈ ਇੱਥੇ ਸੇਫਟੀ ਦੀ ਲੋੜ ਹੈ। ਇੱਥੇ ਹਰ ਇੱਕ ਤਰ੍ਹਾਂ ਦੀ ਚੈਕਿੰਗ ਯਾਨੀ ਜੋ ਵੀ ਇੱਥੇ ਐਂਟਰ ਕਰ ਰਿਹਾ, ਗੱਡੀਆਂ ਦੇ ਵਿੱਚ ਆ ਰਿਹਾ, ਉਸ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ, ਬਕਾਇਦਾ ਜੋ ਬਿਲਡਿੰਗ ਦੇ ਵਿੱਚ ਐਂਟਰ ਹੋ ਰਿਹਾ ਸਿਰਫ ਉਸ ਦੀ ਚੈਕਿੰਗ ਹੋ ਰਹੀ ਹੈ। ਅੱਜ ਮੈਂ ਆਪਣੀ ਦੂਸਰੀ ਕਾਰ ਲੈ ਕੇ ਆਇਆ ਸੀ ਜਿਹਦੇ ਤੇ ਕੋਈ ਸਟicker ਕੁਝ ਵੀ ਹੈ ਨਹੀਂਗਾ, ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਰੋਕਿਆ। ਮੈਂ ਆਇਆ ਮੈਂ ਸਿੱਧਾ ਜਾ ਕੇ ਇੱਥੇ ਅੰਦਰ ਆ ਕੇ ਗੱਡੀ ਖੜਾ ਦਿੱਤੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕੁਝ ਨਹੀਂ, ਠੀਕ ਹੈ ਜੀ, ਆ ਨੂੰ ਜਾਣ ਦਿਓ। ਐਵੇਂ ਤਾਂ ਫਿਰ ਕੋਈ ਵੀ ਕਾਲਾ ਕੋਟ ਪਾ ਕੇ ਤੁਰਿਆ ਹੋਊਗਾ ਤੇ ਉਸ ਤੋਂ ਬਾਅਦ ਕੋਈ ਵੀ ਇਹ ਘਟਨਾ ਦੇਖਣ ਨੂੰ ਮਿਲ ਸਕਦੀ ਹੈ। ਇਹਦੀ ਲਾਈਵ ਐਗਜ਼ਾਮਪਲ ਦਿੱਲੀ ਦੀ ਲੈ ਸਕਦੇ ਹੋ। ਦਿੱਲੀ ਦੇ ਵਿੱਚ ਰੋਹਿਣੀ ਕੋਟ ਦੇ ਵਿੱਚ ਕਾਲੇ ਕੋਟ ਪਾ ਕੇ ਹੀ ਗੋਲੀਆਂ ਚੱਲੀਆਂ ਸੀਗੀਆਂ, ਔਰ ਉਸ ਤੋਂ ਬਾਅਦ ਠੀਕ ਹੈ ਤੁਸੀਂ ਐਨਕਾਊਂਟਰ ਦਿਖਾਦਾ ਕੁਝ ਕਰਾਦਾ, ਕਾਲਾ ਕੋਟ ਇਕੱਲੇ ਪਾਉਣ ਦੇ ਨਾਲ ਕੁਝ ਨਹੀਂ ਹੈ। ਸੇਫਟੀ ਅਗਰ ਦੇਖਣੀ ਹੈ ਤਾਂ ਹਰ ਇੱਕ ਪੁਆਇੰਟ ਨੂੰ ਮੇਜਰ ਕਰਨਾ ਪੈਣਾ, ਹਰ ਇੱਕ ਚੀਜ਼ ਨੂੰ ਲੈ ਕੇ ਸੇਫਟੀ ਦੇ ਮੇਜਰ ਨਾਲ ਲੈਣਾ ਪੈਣਾ। ਬਸ ਕੀ ਲੱਗਦਾ ਹੈ ਜਦੋਂ ਬਲਾਸਟ ਹੋਇਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਸਰਕਾਰ ਦੀਆਂ ਅੱਖਾਂ ਖੁੱਲ ਗਈਆਂ ਸੀ, ਪ੍ਰਸ਼ਾਸਨ ਜਾਗ ਗਿਆ ਸੀਗਾ, ਪਰ ਹੁਣ ਵੀ ਕਿਤੇ ਨਾ ਕਿਤੇ ਜਿਹੜੀ ਸਿਕਿਉਰਿਟੀ ਇੰਨੀ ਜ਼ਿਆਦਾ ਦੇਖਣ ਨੂੰ ਨਹੀਂ ਮਿਲ ਰਹੀ, ਕਿਤੇ ਨਾ ਕਿਤੇ ਫੇਰ ਸਾਡਾ ਪ੍ਰਸ਼ਾਸਨ ਹੈ ਜਿਹੜਾ ਸੌਂਦਾ ਹੋਇਆ ਨਜ਼ਰ ਆ ਰਿਹਾ। ਦੇਖੋ ਇਹ ਤਾਂ ਉਹੀ ਗੱਲ ਹੈ ਨਾ ਕਿ ਬਲਾਸਟ ਹੋਇਆ, ਲੱਕੀਲੀ ਸਟ੍ਰਾਈਕ ਕਰਕੇ ਅਸੀਂ ਸੇਫ ਹੋ ਗਏ, ਅਸੀਂ ਬਚ ਗਏ, ਠੀਕ ਹੈ। ਅਗਰ ਸਟ੍ਰਾਈਕ ਨਾ ਹੁੰਦੀ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਸੀ। ਇਸ ਕਰਕੇ ਸਰਕਾਰ ਦੀ ਥੋੜੀ ਜਿਹੀ ਨੀਂਦ ਜਾਗੀ। ਸ਼ਾਇਦ ਸਰਕਾਰ ਇਹ ਚਾਹੁੰਦੀ ਹੈ ਕਿ ਬਹੁਤ ਵੱਡਾ ਬਲਾਸਟ ਹੋ ਜਾਵੇ ਤੇ ਲੋਕੀ ਜਿਹੜੇ ਨੇ ਚੰਗੀ ਤਰ੍ਹਾਂ ਮਰ ਜਾਣ, ਉਸ ਤੋਂ ਬਾਅਦ ਜਿਹੜੇ ਆ ਸਰਕਾਰ ਚੰਗੀ ਤਰ੍ਹਾਂ ਜਾਗੇਗੀ। ਜਿਵੇਂ ਦੇਖਿਆ ਜਾਵੇ ਕਿ ਸਟ੍ਰਾਈਕ ਸੀਗੀ, ਜਿਵੇਂ ਤੁਸੀਂ ਖੁਦ ਹੀ ਕਹਿ ਕੇ ਉਸ ਵੇਲੇ ਸਟ੍ਰਾਈਕ ਸੀਗੀ, ਜੱਜਿਸ ਵਗੈਰਾ ਵਕੀਲ ਨੇ ਉਹ ਛੁੱਟੀਆਂ ਤੇ ਸੀਗੇ, ਇਹ ਵਾਰਨਿੰਗ ਅਟੈਕ ਤੁਸੀਂ ਕਹਿ ਸਕਦੇ ਹੋ ਇਹਨੂੰ ਕਿ ਵਾਰਨਿੰਗ ਦੇਣ ਲਈ ਅਟੈਕ ਕੀਤਾ ਗਿਆ ਹੋਵੇ, ਕਿਸੇ ਨੂੰ ਜ਼ਿਆਦਾ ਮਤਲਬ ਹਾਰਮ ਕਰਨ ਦੀ ਕੋਸ਼ਿਸ਼ ਨਾ ਕੀਤੀ ਗਈ ਹੋਵੇ। ਦੇਖੋ ਜੀ, ਕੋਈ ਵੀ ਬੰਦਾ RDX ਲੈ ਕੇ ਵਾਰਨਿੰਗ ਨਹੀਂ ਦੇਗਾ। ਜੇ ਕੋਈ ਛੋਟਾ ਮੋਟਾ ਬਲਾਸਟ ਤਾਂ ਸਮਝ ਆਉਂਦਾ, ਇੱਕ ਬਲਾਸਟ ਜਿਹੜਾ ਇੱਕ ਫਲੋਰ ਤੇ ਹੁੰਦਾ ਤੇ 8ਵੀਂ ਫਲੋਰ ਤੱਕ ਦੇ ਸ਼ੀਸ਼ੇ ਟੁੱਟ ਜਾਂਦੇ ਨੇ, ਇਹ ਵਾਰਨਿੰਗ ਨਹੀਂ ਸੀ। ਇਹ ਤਾਂ ਕਿਸਮਤ ਸੀ ਕਿ ਵਕੀਲ ਸਟ੍ਰਾਈਕ ਤੇ ਗਏ ਹੋਏ ਸੀਗੇ। ਉਸ ਚਲੋ ਵਕੀਲ ਦੀ ਤਾਂ ਮੈਂ ਗੱਲ ਕਰ ਦਿੰਦਾ ਕਿ ਵਕੀਲਾਂ ਨੇ ਤਾਂ ਇੱਥੇ ਰਹਿਣਾ, ਆਮ ਪਬਲਿਕ ਵੀ ਉਦੋਂ ਸੇਫ ਹੋਗੀ ਕਿਉਂਕਿ ਉਹ ਵਾਸ਼ਰੂਮ ਜਿਹੜਾ ਆਮ ਪਬਲਿਕ ਦਾ ਸੀਗਾ। ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਨ੍ਹਾਂ ਤੋਂ ਤੁਸੀਂ ਵੋਟਾਂ ਮੰਗਦੇ ਹੋ ਉਹਨਾਂ ਨੂੰ ਹੀ ਘੱਟੋ ਘੱਟ ਸੇਵ ਕਰ ਲਓ। ਜੇ ਤੁਹਾਨੂੰ ਵਕੀਲਾਂ ਦੀ ਨਹੀਂ ਪਰਵਾਹ, ਆਮ ਬੰਦੇ ਤਾਂ ਇੱਥੇ ਆਉਂਦੇ ਨਹੀਂ। ਸੋ ਇਹ ਤੁਸੀਂ ਦੇਖ ਸਕਦੇ ਹੋ ਨਾ ਚੀਜ਼ਾਂ। ਕਿੰਨਾ ਕੁ ਸਵੇਰੇ ਇੱਕ ਫੈਮਿਲੀ ਹੁੰਦੀ ਹੈ ਆਪਣੀ, ਹੈ ਨਾ, ਜਦੋਂ ਆਪਣੇ ਬੱਚੇ ਨੂੰ ਬਾਹਰ ਭੇਜਦੀ ਆ ਉਹਨਾਂ ਨੂੰ ਵੀ ਇੱਕ ਡਰ ਹੁੰਦਾ ਹੈ। ਹੁਣ ਇੰਨਾ ਵੱਡਾ ਹਾਦਸਾ ਇੱਥੇ ਵਾਪਰਿਆ ਤੇ ਕਿਤੇ ਨਾ ਕਿਤੇ ਅੱਜ ਤੁਹਾਡੇ ਪੇਰੈਂਟਸ ਨੂੰ ਵੀ ਹੋਊਗਾ, ਤੁਹਾਨੂੰ ਬਲੇਸਿੰਗਸ ਦੇ ਕੇ ਭੇਜਿਆ ਹੋਊਗਾ, ਉਹਨਾਂ ਨੂੰ ਵੀ ਖਤਰਾ ਹੋਊਗਾ। ਕਿੱਦਾਂ ਲੱਗਿਆ ਸਵੇਰ? ਦੇਖੋ ਜੀ, ਜਦੋਂ ਇਹ ਬਲਾਸਟ ਹੋਇਆ ਉਸ ਤੋਂ ਬਾਅਦ ਤਾਂ ਅੱਜ ਛੁੱਟੀਆਂ ਤੋਂ ਬਾਅਦ ਅੱਜ ਅਸੀਂ ਆਏ ਹਾਂ। ਘਰ ਦੇ ਤਾਂ ਇਹ ਸੀਗੇ, ਉਹ ਤਾਂ ਕਹਿੰਦੇ ਸੀਗੇ ਵੀ ਯਾਰ ਬੱਚਾ ਨਾ ਹੀ ਜਾ, ਘਰੇ ਹੀ ਰਹਿ ਲਾ, ਇਹਦੇ ਨਾਲ ਵਧੀਆ ਗੱਲ ਆ ਵੀ ਕਮਾਨ ਤਾਂ ਮਤਲਬ ਤਾਂ ਇਹ ਹੈ ਕਿ ਕੁਝ ਪੱਲੇ ਪਏਗਾ, ਪਰ ਉੱਥੇ ਜਾ ਕੇ ਜੇ ਜਾ ਨਹੀਂ ਚੱਲੇਗੀ ਤਾਂ ਫਿਰ ਪੱਲੇ ਕੀ ਰਹਿ ਜਾਏਗਾ। ਮੈਮ ਕਿੱਦਾਂ ਦੇਖਦੇ ਹੋ ਸਿਕਿਉਰਿਟੀ ਹੈ ਜਿਹੜੀ ਹੁਣ ਚੈਕਿੰਗ ਕੀਤੀ ਜਾ ਰਹੀ ਹੈ, ਪਰ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਬਲਾਸਟ ਤੋਂ ਪਹਿਲਾਂ ਦੀ ਅਜਿਹੀ ਚੈਕਿੰਗ ਹੈ ਜਿਹੜੀ ਨਹੀਂ ਕੀਤੀ ਸੀ, ਕੋਈ ਵੀ ਆ ਜਾ ਸਕਦਾ ਸੀਗਾ, ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ? ਪਹਿਲੇ ਬਿਲਕੁਲ ਵੀ ਚੈਕਿੰਗ ਨਹੀਂ ਹੁੰਦੀ ਸੀ, ਹੁਣ ਤਾਂ ਕਾਫੀ ਜ਼ਿਆਦਾ ਸਟ੍ਰਿਕਟਨੈਸ ਕਰਤੀ ਹੈ, ਬਟ ਵਧੀਆ ਹੈ ਕਿ ਕਰ ਰਹੀ ਹੈ ਸਟ੍ਰਿਕਟਨੈਸ। ਕਿ ਚੈਕਿੰਗ ਹੋਣੀ ਚਾਹੀਦੀ ਹੈ ਹਰ ਐਡਵੋਕੇਟ ਦੀ, ਐਵੇਂ ਆਮ ਪਰਸਨ ਨੂੰ ਵੀ ਅੰਦਰ ਨਹੀਂ ਜਾਣ ਦੇਣਾ ਚਾਹੀਦਾ। ਤੁਸੀਂ ਫਿਲਮ ਲਓ, ਤੁਹਾਡੀ ਫੈਮਿਲੀ ਹੈ, ਬੱਚੇ ਨੇ ਨਾ, ਇੱਕ ਫਿਰ ਵੀ ਬਣਿਆ ਹੁੰਦਾ ਨਾ ਬੰਦੇ ਨੂੰ ਹੁੰਦਾ ਹੈ ਕਿ ਤੁਸੀਂ ਜਾ ਰਹੇ ਹੋ, ਤੁਹਾਡੀ ਜਿਹੜੀ ਜਿੱਥੇ ਤੁਸੀਂ ਜਾ ਰਹੇ ਹੋ ਉਸ ਥਾਂ ਦੇ ਉੱਤੇ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਸੇਫ ਹੋਣੀ ਚਾਹੀਦੀ ਹੈ। ਹਾਂਜੀ ਮੈਮ, ਬਿਲਕੁਲ ਸੇਫ ਹੋਣੀ ਚਾਹੀਦੀ ਹੈ। ਮੇਰੇ ਤਾਂ ਪੇਰੈਂਟਸ ਖੁਦ ਕਹਿ ਰਹੇ ਸੀ ਕਿ ਤੁਸੀਂ ਨਾ ਜਾਓ, ਇਹ ਹਾਲੇ ਵੀ ਤੁਹਾਨੂੰ ਰਿਸਕੀ ਹੈ ਇੱਥੇ ਜਾਣਾ, ਹੀ ਦੁਬਾਰਾ ਫਿਰ ਕਿਤੇ ਕਰ ਸਕਦੇ ਬਲਾਸਟ ਵਗੈਰਾ, ਇਹ ਸੇਫਟੀ ਨਹੀਂ ਹੈ ਹਾਲੇ ਵੀ। ਹਾਲੇ ਵੀ ਕਈ ਥਾਵਾਂ ਤੇ ਦੇਖਿਆ ਜਾ ਰਿਹਾ ਕਿ ਜਿਹੜੀ ਸਿਕਿਉਰਿਟੀ ਹੈ ਬਿਲਕੁਲ ਟਾਈਟ ਨਹੀਂ ਹੈ, ਚੰਗੀ ਤਰ੍ਹਾਂ ਚੈਕਿੰਗ ਹੈ ਜਿਹੜੀ ਨਹੀਂ ਕੀਤੀ ਜਾ ਰਹੀ ਹੈ। ਮੈਂ ਖੁਦ ਇਹ ਚੀਜ਼ ਫੇਸ ਕਰਕੇ ਅੰਦਰ ਐਂਟਰ ਕੀਤਾ ਹੈ ਕਿ ਮੈਨੂੰ ਚੈੱਕ ਨਹੀਂ ਕੀਤਾ ਹੈਗਾ, ਮੇਰੇ ਸਹਿਯੋਗੀ ਸੀ ਉਹਨਾਂ ਨੂੰ ਚੈੱਕ ਕੀਤਾ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਹਜੇ ਵੀ ਤੁਹਾਡੀ ਜਾਨ ਹੈ ਜਿਹੜੀ ਸੁਰੱਖਿਅਤ ਨਹੀਂ ਹੈ? ਮੈਡਮ ਜਿੱਥੇ ਆਪਾਂ ਖੜੇ ਹੈਗੇ ਆ, ਕੈਮਰਾਮੈਨ ਸਾਹਿਬ ਨੂੰ ਮੈਂ ਕਹੂੰਗਾ ਪਿੱਛੇ ਇੱਕ ਵਾਰੀ ਇੱਧਰ ਨੂੰ ਕੈਮਰਾ ਘੁਮਾ ਕੇ ਦਿਖਾਣ। ਉੱਥੇ 2 ਲੇਡੀ ਕਾਂਸਟੇਬਲ ਬੈਠੇ ਨੇ, ਦੋਨੋਂ ਵਹੀਕਲਸ ਦੇ ਉੱਤੇ ਬੈਠੇ ਨੇ। ਚੈਕਿੰਗ ਬਿਲਕੁਲ ਲੇਡੀਜ਼ ਦੀ ਹੁਣ ਵੀ ਨਹੀਂ ਹੋ ਰਹੀ, ਸਿਰਫ ਜਿਹੜੇ 2 ਮੇਲ ਕਾਂਸਟੇਬਲ ਹੈਗੇ ਨੇ ਉਹ ਚੈੱਕ ਕਰ ਰਹੇ ਨੇ। ਜਦੋਂ ਲੇਡੀ ਕੋਈ ਨਿਕਲੇਗੀ ਕਿਸੇ ਨੂੰ ਚੈੱਕ ਨਹੀਂ ਕੀਤਾ ਜਾ ਰਿਹਾ, ਉਹ ਦੋਨੋਂ ਆਪਣੇ ਸਕੂਟਰਾਂ ਦੇ ਉੱਤੇ ਬੈਠੇ ਨੇ। ਔਰ ਹੁਣ ਇਹਨਾਂ ਨੇ ਸਿਰਫ ਚੈਕਿੰਗ ਦੇ ਨਾਮ 'ਤੇ ਇੱਕ ਖਾਨਾਪੁਰ 'ਚ ਸ਼ੁਰੂ ਕਰਤੀ। ਅਸੀਂ ਪਿਛਲੇ ਕਈ ਸਾਲਾਂ ਤੋਂ ਕੋਰਟ 'ਚ ਪਹਿਲੇ ਕਹਿੰਦੇ ਰਹੇ ਹਾਂ ਕਿ ਇੱਥੇ ਬਹੁਤ ਵੱਡੀਆਂ ਵਾਰਦਾਤਾਂ ਹੁੰਦੀਆਂ ਰਹੀਆਂ, ਕਈ ਵਾਰੀ ਮਰਡਰ ਹੋਏ ਨੇ ਇੱਥੇ, ਕਈ ਵਾਰੀ ਇਹੋ ਜਿਹੇ ਇੰਸੀਡੈਂਟ ਹੋਏ ਨੇ ਵੀ ਸਾਰੇ ਟੈਰਰਿਸਟ ਇੱਥੇ ਆਉਂਦੇ ਨੇ, ਹਰ ਤਰ੍ਹਾਂ ਦਾ ਟੈਰਰਿਸਟ ਆਉਂਦਾ। ਕਿਉਂਕਿ ਤੁਸੀਂ ਇੱਕ ਚੀਜ਼ ਅਗਰ ਜਾਣਦੇ ਹੋਵੋ, ਸਾਡੀ ਇਸੀ ਕੋਰਟ ਦੇ ਵਿੱਚ ਜਿਹੜੇ ਹਵਾਰਾ, ਜਿਹੜਾ ਜਿਹਨੂੰ ਸਭ ਤੋਂ ਵੱਡਾ ਟੈਰਰਿਸਟ ਖਾਲਿਸਤਾਨੀ ਟੈਰਰਿਸਟ ਕਿਹਾ ਜਾਂਦਾ, ਉਹਨਾਂ ਦਾ ਐਡਵੋਕੇਟ ਸਾਡੇ ਇੱਥੇ ਬੈਠਦਾ ਹੈ। ਅੱਜ ਤੋਂ 3 ਸਾਲ ਪਹਿਲੇ ਇੱਕ NIA ਨੇ ਕੇਸ ਪਾਇਆ ਸੀਗਾ, ਉੱਥੋਂ ਉਹਦੇ 'ਚ ਸਾਡੇ ਇੱਥੇ ਕੋਰਟ ਦੇ ਵਿੱਚੋਂ ਬੰਦੇ ਪਕੜੇ ਸੀ। NIA ਨੇ FIR ਕੀਤੀ ਸੀਗੀ ਜਿਸ 'ਚ ਇੱਕ ਬੰਦੇ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨੇ ਵੱਡੇ ਇੱਥੇ ਇੰਸੀਡੈਂਟ ਹੁੰਦੇ ਨੇ, ਪਰ ਫਿਰ ਵੀ ਕੋਈ ਤੁਹਾਡੇ ਸਾਹਮਣੇ ਵੀ ਕੋਈ ਇੱਦਾਂ ਦੀ ਪ੍ਰੋਟੈਕਸ਼ਨ ਲਈ ਨਹੀਂ ਰੱਖਿਆ। ਔਰ ਕੋਈ ਵੀ ਕਾਲਾ ਕੋਟ ਪਾ ਕੇ ਬਿਲਕੁਲ ਹੁਣ ਵੀ ਅੰਦਰ ਵੜ ਸਕਦਾ।
ਬਿਲਕੁਲ ਕਿਸੇ ਦਾ ਆਈ ਕਾਰਡ ਨਹੀਂ ਚੈੱਕ ਕੀਤਾ ਜਾ ਰਿਹਾ। ਅਸੀਂ ਤਾਂ ਇਸ ਲਈ ਆਪਣੀ ਬਾਰ ਨੂੰ ਵੀ ਪਹਿਲੇ ਕਿਹਾ ਸੀਗਾ ਕਿ ਜਿਹੜੀ ਐਂਟਰੀ ਆ ਉੱਤੇ ਬੂਮ ਐਂਟਰੀ ਕੀਤੀ ਜਾਵੇ ਤਾਂ ਕਿ ਸਿਰਫ ਐਡਵੋਕੇਟਸ ਦੀਆਂ ਜਿਹੜੀਆਂ ਟੈਗ ਲੱਗੀਆਂ ਹੋਈਆਂ ਗੱਡੀਆਂ ਨੇ ਉਹੀ ਅੰਦਰ ਆਉਣ, ਉਸ ਤੋਂ ਬਾਅਦ ਉਹੀ ਐਂਟਰੀ ਸਾਡੇ ਮੇਨ ਗੇਟਸ ਤੇ ਕੀਤੀ ਜਾਵੇ ਤਾਂ ਕਿ ਜਿਹਦੇ ਕਾਰਡ ਜੇਬ 'ਚ ਹੋਏਗਾ ਬਾਰਕੋਡ ਵਾਲਾ ਉਹੀ ਐਡਵੋਕੇਟ ਅੰਦਰ ਐਂਟਰ ਕਰ ਸਕੇ, ਕਿਉਂਕਿ ਪੁਲਿਸ ਵਾਲੇ ਨਹੀਂ ਐਡਵੋਕੇਟਸ ਨੂੰ ਚੈੱਕ ਕਰ ਪਾ ਰਹੇ, ਨਾ ਇਹਨਾਂ ਨੂੰ ਪਤਾ ਕੌਣ ਕਾਲਾ ਕੋਟ ਪਾ ਕੇ ਐਡਵੋਕੇਟ ਆ, ਕੌਣ ਜਨਰਲ ਪਬਲਿਕ 'ਚੋਂ ਆਇਆ ਹੈ। ਕਈ ਵਾਰ ਇਦਾਂ ਵੀ ਹੁੰਦਾ ਕਿ ਪੁਲਿਸ ਚੈਕਿੰਗ ਕਰਦੀ ਹੈ ਆਪਣੇ ਵੱਲੋਂ ਤੇ ਐਡਵੋਕੇਟ ਨੇ ਜਾਂ ਕੋਈ ਵੀ ਵਕੀਲ ਕੋਈ ਵੀ ਹੈ ਉਹਨਾਂ ਵੱਲੋਂ ਬਹਿਸਬਾਜ਼ੀ ਕੀਤੀ ਜਾਂਦੀ ਹੈ ਕਿ ਸਾਨੂੰ ਜਾਣ ਪਛਾਣ ਹੈ ਸਾਡੀ, ਇੱਥੇ ਸਾਨੂੰ ਫਲਾਣੇ ਬੰਦੇ ਨੇ ਬੁਲਾਇਆ ਹੈ, ਇਦਾਂ ਦਾ ਵੀ ਹੋ ਜਾਂਦਾ ਹੈ ਕਈ ਵਾਰ। ਮੈਡਮ ਦੇਖੋ, ਜਦੋਂ ਦਾ ਬੰਬ ਬਲਾਸਟ ਹੋਇਆ ਵਾ ਉਸ ਤੋਂ ਬਾਅਦ ਐਡਵੋਕੇਟਸ ਆਪਣੀ ਸਿਕਿਉਰਿਟੀ ਲਈ ਆਪ ਬਹੁਤ ਇਸ ਵੇਲੇ ਫਿਕਰਮੰਦ ਨੇ, ਔਰ ਮੇਰੇ ਹਿਸਾਬ ਨਾਲ ਮੈਂ ਪਿਛਲੇ 2 ਦਿਨ ਦਾ ਦੇਖ ਰਿਹਾ ਹਾਂ ਕਿ ਕੋਈ ਵੀ ਇਦਾਂ ਦੀ ਬਹਿਸਬਾਜ਼ੀ ਕਿਸੇ ਪੁਲਿਸ ਅਫਸਰ ਨਾਲ ਨਹੀਂ ਕੋਈ ਕਰ ਰਿਹਾ। ਹਰੇਕ ਐਡਵੋਕੇਟ ਸਾਡਾ ਭਰਾ ਕਲਰਕ ਚੈੱਕ ਕਰਾ ਕੇ ਜਾ ਰਹੇ ਨੇ, ਪਰ ਖੁਦ ਜਿਹੜੇ ਪੁਲਿਸ ਕਨਸਟੇਬਲਸ ਖੜੇ ਨੇ ਉਹ ਨਹੀਂ ਪ੍ਰੋਪਰ ਚੈੱਕ ਕਰ ਰਹੇ, ਨਾ ਹੀ ਉਹ ਚੈੱਕ ਕਰ ਪਾ ਰਹੇ ਨੇ। ਹੁਣ ਤੁਸੀਂ ਦੇਖਣਾ ਰਸ਼ ਇੰਨਾ ਹੈਗਾ ਵਾ, ਕੋਈ ਉੱਥੇ ਲੇਡੀਜ਼ ਨੂੰ ਚੈੱਕ ਨਹੀਂ ਕੀਤਾ ਜਾਣਾ, ਨਾ ਹੀ ਕੋਈ ਗੱਡੀ ਚੈੱਕ ਕਰਕੇ ਅੰਦਰ ਵਾੜੀ ਗਈ ਹੈ। ਗੌਰਵ ਜੀ, ਜੇ ਦੇਖਿਆ ਜਾਵੇ ਮਾੜੀ ਮੋਟੀ ਚੈਕਿੰਗ ਤਾਂ ਫਿਲਹਾਲ ਅਜੇ ਵੀ ਹੋ ਰਹੀ ਹੈ, ਕਿਸੇ ਤੋਂ ਆਧਾਰ ਕਾਰਡ ਮੰਗਿਆ ਜਾ ਰਿਹਾ, ਪਰ ਜੇਕਰ ਗੱਲ ਆਵੇ ਬਲਾਸਟ ਤੋਂ ਪਹਿਲਾਂ ਦੀ, ਜੇਕਰ ਇਹੀ ਚੈਕਿੰਗ ਪਹਿਲਾਂ ਹੋਈ ਹੁੰਦੀ ਤਾਂ ਲੱਗਦਾ ਸੀ ਕਿ ਇਹ ਨੌਬਤ ਨਹੀਂ ਆਉਂਦੀ। ਮੈਡਮ ਪਹਿਲਾਂ ਵੀ ਅਸੀਂ ਇਹੀ ਗੱਲਾਂ ਕਹਿੰਦੇ ਸੀਗੇ, ਉਦੋਂ ਵੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਦੱਸਿਆ ਜਾਂਦਾ ਸੀਗਾ ਕਿ ਭਾਈ ਇੱਥੇ ਜੁਡੀਸ਼ਰੀ ਹੈ, ਜੁਡੀਸ਼ਰੀ ਦੇ ਵਿੱਚ ਜਿਸ ਬੰਦੇ ਨੇ ਬੰਬ ਬਲਾਸਟ ਕਰਨਾ ਨਾ ਉਹਨੇ ਕਰਕੇ ਇੱਥੇ ਆਣਾ। ਅਗਰ ਇੱਥੇ ਦੇ ਲੋਕ ਸੇਫ ਨਹੀਂ ਹੈਗੇ ਤਾਂ ਦੁਨੀਆ 'ਚ ਕੋਈ ਵੀ ਸੇਫ ਨਹੀਂ ਹੋ ਸਕਦਾ, ਕਿਉਂਕਿ ਜੁਡੀਸ਼ਰੀ ਜਿਹੜੀ ਸਜ਼ਾ ਦੇਣ ਵਾਲੀ ਉਹ ਹੈ। ਅੱਜ ਆ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਹੁਣ ਥੋੜਾ ਬਹੁਤਾ ਕਰਨ ਲੱਗ ਗਏ, ਹਲੇ ਵੀ ਜੇ ਨਾ ਉੱਠੇ ਫਿਰ ਜੱਜਿਸ ਜਿਹੜੇ ਨੇ ਉਹ ਵੀ ਮਰਨਗੇ, ਵਕੀਲ ਵੀ ਮਰਨਗੇ, ਤੇ ਜਿਹੜੀ ਆਮ ਪਬਲਿਕ ਹੈ ਜਿਨ੍ਹਾਂ ਤੋਂ ਵੋਟਾਂ ਲੈ ਕੇ ਜਿਨ੍ਹਾਂ ਦੇ ਪੈਸਿਆਂ ਦੇ ਉੱਤੇ ਸਰਕਾਰ ਬਣਦੀ ਉਹ ਵੀ ਮਰੇਗੀ। ਹਲੇ ਵੀ ਸੋਚਣ ਦੀ ਗੱਲ ਹੈ ਕਿ ਜਿਹੜੀਆਂ ਗੱਡੀਆਂ ਨੇ, ਜਿਹੜੇ ਲੋਕ ਨੇ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਚੈੱਕ ਕਰੋ। ਅਸੀਂ ਵੀ ਹਾਂ, ਵੀ ਆਰ ਰੈਡੀ ਟੂ ਕੋਆਪਰੇਟ, ਸਾਡੇ ਕੋਲ ਆਈਡੀ ਕਾਰਡ ਲਓ, ਅਸੀਂ ਦਿੰਨੇ ਆ, ਪਰ ਹਰ ਇੱਕ ਨੂੰ ਇੱਕ ਸਿਸਟਮੈਟਿਕ ਵੇ ਦੇ ਨਾਲ, ਨਹੀਂ ਤਾਂ ਇਹੋ ਜਿਹੇ ਬੰਬ ਬਲਾਸਟ ਦੁਬਾਰਾ ਫਿਰ ਹੋਣਗੇ ਤੇ ਆਮ ਲੋਕਾਂ ਦਾ ਜਿਹੜਾ ਘਾਣਾ ਹੈ ਫਿਰ ਦੁਬਾਰਾ ਹੋਏਗਾ। ਜਿਹੜੀ ਸਾਡੀ ਸਰਕਾਰ, ਸਾਡਾ ਪ੍ਰਸ਼ਾਸਨ ਸੁੱਤਾ ਪਿਆ, ਇੱਕ ਵਾਰ ਉਹਨਾਂ ਨੂੰ ਜਗਾਉਣ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ, ਇੱਥੇ ਇਕੱਲੇ ਵਕੀਲ, ਜੱਜਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੈਗੇ, ਇੱਥੇ ਆਮ ਪਬਲਿਕ ਵੀ ਆਂਦੀ ਹੈ। ਔਰ ਇਨ ਨਾਰਥ ਇੰਡੀਆ ਦਾ ਬਿਗੇਸਟ ਕੋਰਟ ਹੈ ਇਹ। ਦਿੱਲੀ ਦਾ ਇੱਕ ਕੋਰਟ, ਮੈਂ ਅਗਰ ਸਾਰੇ ਕੋਰਟਾਂ ਨੂੰ ਛੱਡ ਦੋ, ਅਗਰ ਇੱਕ ਕੋਰਟ ਦੀ ਗੱਲ ਕਰਦਾ ਉਹ ਵੀ ਇਸ ਕੋਰਟ ਦੇ ਮੁਕਾਬਲੇ ਨਹੀਂ ਹੈ। ਨਾਰਥ ਇੰਡੀਆ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਨਾਰਥ ਇੰਡੀਆ ਦਾ ਸਭ ਤੋਂ ਵੱਡਾ ਕੋਰਟ ਹੋਵੇ ਤੇ ਉੱਥੇ ਬਲਾਸਟ ਹੋ ਜਾਵੇ ਤੇ ਉਸ ਤੋਂ ਬਾਅਦ ਵੀ ਜਿਹੜੀ ਸੁਰੱਖਿਆ ਆ ਇਹ ਪ੍ਰੋਪਰ ਤਰੀਕੇ ਨਾਲ ਪੁਖਤਾ ਨਾ ਕੀਤੀ ਜਾਵੇ। ਸੋ ਆਪਣੀ ਨੀਂਦ ਨੂੰ ਥੋੜਾ ਜਿਹਾ ਉਠਾ ਲਓ, ਨੀਂਦ ਉਠਾ ਕੇ ਇੱਥੇ ਲੋਕਾਂ ਦੀ ਜਿਹੜੀ ਸੁਰੱਖਿਆ ਨੂੰ ਪ੍ਰੋਪਰ ਕਰ ਲਓ ਤਾਂ ਜੋ ਆਮ ਲੋਕ, ਵਕੀਲ ਤੇ ਜੱਜ ਆਪਣੇ ਘਰ ਜਾ ਸਕਣ। ਸੋ ਇਸ ਵੇਲੇ ਅਸੀਂ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਖੜੇ ਹਾਂ। ਬਲਾਸਟ ਤੋਂ 10 ਦਿਨਾਂ ਬਾਅਦ ਹੈ ਜਿਹੜੀ ਅੱਜ ਲੁਧਿਆਣਾ ਦੀ ਕੋਰਟ ਕੰਪਲੈਕਸ ਓਪਨ ਹੋਈ ਹੈ। 23 ਦਸੰਬਰ ਨੂੰ ਬਲਾਸਟ ਹੁੰਦਾ ਹੈ, ਉਸ ਤੋਂ ਬਾਅਦ ਸਰਦੀਆਂ ਦੀਆਂ ਛੁੱਟੀਆਂ ਆ ਜਾਂਦੀਆਂ ਨੇ, ਫਿਰ ਸੈਟਰਡੇ ਸੰਡੇ ਛੁੱਟੀ ਆ ਜਾਂਦੀ ਹੈ। ਅੱਜ 3 ਜਨਵਰੀ ਅੱਜ ਜਿਹੜੀ ਕਚਹਿਰੀ ਖੁੱਲਦੀ ਹੈ। ਉਸ ਤੋਂ ਬਾਅਦ ਅਸੀਂ ਜਾਇਜ਼ਾ ਲੈਣ ਇੱਥੇ ਪੁੱਛਦੇ ਹਾਂ ਕਿ ਸੁਰੱਖਿਆ ਦੇ ਜਿਹੜੇ ਇੰਤਜ਼ਾਮ ਨੇ ਕਿਵੇਂ ਇਹ ਕੀਤੇ ਗਏ ਨੇ, ਚੈਕਿੰਗ ਹੈ ਬਾਕਾਇਦਾ ਜਿਹੜੀ ਕੀਤੀ ਜਾ ਰਹੀ ਹੈ, ਆਮ ਪਬਲਿਕ ਇੱਥੇ ਕਿੰਨੀ ਕੁ ਸੁਰੱਖਿਅਤ ਹੈ। ਬਲਾਸਟ ਤੋਂ ਬਾਅਦ ਇਸ ਚੀਜ਼ ਦਾ ਜਾਇਜ਼ਾ ਲੈਣ ਜਦੋਂ ਅਸੀਂ ਇੱਥੇ ਆਏ, ਸਭ ਤੋਂ ਪਹਿਲੀ ਚੀਜ਼ ਹੈ ਨੋ ਡਾਊਟ ਕਿ ਚੈਕਿੰਗ ਕੀਤੀ ਜਾ ਰਹੀ ਹੈ, ਮੇਲ ਫੀਮੇਲ ਸਭ ਦੀ ਚੈਕਿੰਗ ਹੋ ਰਹੀ ਹੈ। ਪਰ ਮੈਂ ਜੋ ਚੀਜ਼ ਇੱਥੇ ਆ ਕੇ ਫੇਸ ਕੀਤੀ ਹੈ, ਜਦੋਂ ਮੈਂ ਬਿਲਡਿੰਗ ਦੇ ਵਿੱਚ ਐਂਟਰ ਹੋਣ ਲੱਗੀ ਸੀ ਤਾਂ ਉੱਥੇ ਕੋਈ ਵੀ ਫੀਮੇਲ ਸੀਗਾ, ਫੀਮੇਲ ਨੂੰ ਚੈੱਕ ਕਰਨ ਲਈ ਕੋਈ ਵੀ ਨਹੀਂ ਸੀ। ਸਾਈਡ ਤੇ ਪੁਲਿਸ ਆਫੀਸਰਸ ਬੈਠੀਆਂ ਸੀਗੀਆਂ, ਉਹ ਬੈਠੀਆਂ ਸੀ ਬਾਈਕ ਦੇ ਉੱਤੇ ਬੈਠੀਆਂ ਸੀ, ਪਰ ਉਹਨਾਂ ਵੱਲੋਂ ਨਾ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਜਾਣਾ ਹੈ, ਕਿੱਥੇ ਨਹੀਂ, ਨਾ ਮੇਰੇ ਤੋਂ ਕੋਈ ਡਾਕੂਮੈਂਟ ਮੰਗਿਆ ਗਿਆ। ਮੈਂ 2 ਵਾਰ ਬਿਲਡਿੰਗ ਦੇ ਅੰਦਰ ਗਈ ਹਾਂ, ਬਟ ਦੋਨੋਂ ਵਾਰ ਹੈ ਜੋ ਮੈਨੂੰ ਚੈੱਕ ਨਹੀਂ ਕੀਤਾ ਗਿਆ ਹੈ। ਸੋ ਸਵਾਲ ਇੱਥੇ ਹੀ ਖੜਾ ਹੁੰਦਾ ਹੈ ਕਿ ਫੀਮੇਲ ਨੇ ਜੋ ਉਹਨਾਂ ਨੂੰ ਚੈੱਕ ਆਖਿਰਕਾਰ ਪ੍ਰੋਪਰਲੀ ਕਿਉਂ ਨਹੀਂ ਕੀਤਾ ਜਾ ਰਿਹਾ। ਕੱਲ ਨੂੰ ਤਾਂ ਫਿਰ ਇੱਥੇ ਸਵਾਲੀਆ ਨਿਸ਼ਾਨ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਕੋਈ ਫੀਮੇਲ ਹੀ ਬਲਾਸਟ ਕਰ ਸਕਦੀ ਆ ਕੇ ਤਾਂ ਉਸ ਨੂੰ ਚੈੱਕ ਪ੍ਰੋਪਰਲੀ ਕਿਉਂ ਨਹੀਂ ਕੀਤਾ ਜਾ ਰਿਹਾ। ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਜਾਇਜ਼ਾ ਲੈਣ ਤੇ ਸਾਡੇ ਸਾਹਮਣੇ ਆਈਆਂ ਨੇ ਕਿ ਜੋ ਗੱਡੀਆਂ ਮੇਨ ਐਂਟਰੈਂਸ ਤੇ ਆ ਰਹੀਆਂ ਨੇ ਉਹਨਾਂ ਨੂੰ ਵੀ ਪ੍ਰੋਪਰਲੀ ਜੋ ਚੈੱਕ ਨਹੀਂ ਕੀਤਾ ਜਾ ਰਿਹਾ ਹੈ। ਮੇਨ ਜਿਹੜੀਆਂ ਥਾਵਾਂ ਤੇ ਪਾਰਕਿੰਗ ਹੈ, ਪਬਲਿਕ ਜ਼ਿਆਦਾ ਜਿਸ ਥਾਂ ਤੇ ਹੁੰਦੀ ਹੈ ਉਸ ਥਾਂ ਤੇ ਪ੍ਰੋਪਰ ਹੈ ਜਿਹੜੀ ਸਿਕਿਉਰਿਟੀ ਜਿੰਨੀ ਹੋਣੀ ਚਾਹੀਦੀ ਆ ਉਹ ਵੀ ਨਹੀਂ ਹੈ। ਤੇ ਪ੍ਰਸ਼ਾਸਨ ਵੱਲੋਂ, ਵਕੀਲਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਚੈਕਿੰਗ ਉਹ ਪ੍ਰੋਪਰਲੀ ਹੋਣੀ ਚਾਹੀਦੀ ਹੈ। ਐਂਟਰੀ ਔਰ ਐਗਜ਼ਿਟ ਦੇ ਜੋ ਗੇਟ ਨੇ ਉਹਨਾਂ ਤੇ ਸਿਕਿਉਰਿਟੀ ਹੈ ਜਿਹੜੀ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਦੇਖਿਆ ਜਾ ਰਿਹਾ ਬਲਾਸਟ ਤੋਂ ਬਾਅਦ ਜਿਹੜੇ ਮੇਨ ਗੇਟ ਨੇ ਉਹ ਸਾਰੇ ਕਿਤੇ ਨਾ ਕਿਤੇ ਬੰਦ ਕਰ ਦਿੱਤੇ ਗਏ ਨੇ ਰਸਤੇ।
ਜਿਸ ਤੋਂ ਬਾਅਦ ਵਕੀਲਾਂ ਦਾ ਵੀ ਇਹ ਕਹਿਣਾ ਹੈ ਕਿ ਜੇਕਰ ਬਿਲਡਿੰਗ ਦੇ ਵਿੱਚ ਕੋਈ ਅਨਹੋਣੀ ਘਟਨਾ ਵਾਪਰ ਜਾਂਦੀ ਹੈ, ਕੋਈ ਅੱਗ ਵਰਗੀ ਘਟਨਾ ਹੈ ਜਿਹੜੀ ਵਾਪਰ ਜਾਂਦੀ ਹੈ, ਤਾਂ ਉੱਥੋਂ ਬਾਹਰ ਨਿਕਲਣ ਲਈ ਵੀ ਉਹਨਾਂ ਕੋਲ ਕੋਈ ਰਸਤਾ ਹੈ ਜਿਹੜਾ ਨਹੀਂ ਹੋਵੇਗਾ। ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਰਾਹ ਨੇ ਐਗਜ਼ਿਟ ਔਰ ਐਂਟਰੀ ਦੇ ਉਹਨਾਂ ਨੂੰ ਖੋਲ ਦਿੱਤਾ ਜਾਵੇ ਤੇ ਉਹਨਾਂ ਰਾਹਾਂ ਤੇ ਜਿਹੜੀ ਸਿਕਿਉਰਿਟੀ ਹੈ ਵੱਧ ਤੋਂ ਵੱਧ ਵਧਾਉਣੀ ਚਾਹੀਦੀ ਹੈ। ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਬਸ ਇੰਨਾ ਕਿ ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਆਰਜ਼ੂ ਸ਼ੇਖ, ਲੁਧਿਆਣਾ ਲਾਈਵ।